ਸਤਿ ਸ਼੍ਰੀ ਅਕਾਲ। ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਗਿੱਲ ਸਮਾਰਟ ਸਟੱਡੀ 'ਤੇ। ਅੱਜ ਮੈਂ ਭੂਗੋਲ ਦੀ ਆਪਣੀ ਪਹਿਲੀ ਵੀਡੀਓ ਲੈ ਕੇ ਆ ਰਹੀ ਹੈਗੀ ਅਤੇ ਇਸ ਦਾ ਆਪਾਂ ਅੱਜ ਪਹਿਲਾ ਟੌਪਿਕ ਵੀ ਕਰਾਂਗੇ। ਠੀਕ ਹੈ, ਥੋੜ੍ਹੀ ਬਹੁਤੀ ਜਾਣ ਪਹਿਚਾਣ ਕਰਾਂਗੇ, ਉਸ ਤੋਂ ਬਾਅਦ ਇਹਦੇ ਨਾਲ ਰਿਲੇਟਡ ਟੌਪਿਕ ਵੀ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਚਲੋ ਮੈਂ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੀ ਹੋਈ ਸਟਾਰਟ ਕਰਨ ਜਾ ਰਹੀ ਹਾਂ। ਹਾਂਜੀ, ਆਪਾਂ ਗੱਲ ਕਰ ਰਹੇ ਹਾਂਗੇ ਭੂਗੋਲ ਦੀ। ਠੀਕ ਹੈ, ਭੂਗੋਲ ਹਾਂਜੀ ਆਪਾਂ ਗੱਲ ਕਰ ਰਹੇ ਹਾਂ ਭੂਗੋਲ, ਜਿਸ ਨੂੰ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈਗਾ, ਜਿਓਗ੍ਰਾਫੀ। ਠੀਕ ਹੈ, ਜਿਓਗ੍ਰਾਫੀ ਜਿਹੜੀ ਉਹ ਦੋ ਵਰਡਸ ਤੋਂ ਮਿਲ ਕੇ ਬਣੀ ਆ, ਇੱਕ ਜੀਓ, ਦੂਸਰਾ ਕਿਹੜਾ ਹੈਗਾ ਗ੍ਰਾਫੀ। ਠੀਕ ਹੈ, ਜੀਓ ਦਾ ਮਤਲਬ ਕੀ ਆ? ਜੀਓ ਦਾ ਮਤਲਬ ਆ ਅਰਥ। ਠੀਕ ਹੈ, ਪੰਜਾਬੀ 'ਚ ਸਭ ਨੂੰ ਪਤਾ ਹੋਊ ਧਰਤੀ। ਐਂਡ ਗ੍ਰਾਫੀ ਦਾ ਮਤਲਬ ਕੀ ਹੈ? ਡਿਸਕ੍ਰਿਪਸ਼ਨ, ਜਿਹਨੂੰ ਆਪਾਂ ਕੀ ਕਹਿੰਦੇ ਹੈਗੇ, ਵਰਣਨ ਕਰਨਾ। ਇਸ ਤਰ੍ਹਾਂ ਜਿਓਗ੍ਰਾਫੀ ਦੀ ਜਿਹੜੀ ਡੈਫੀਨੇਸ਼ਨ ਆ ਉਹ ਕੀ ਬਣ ਜਾਂਦੀ ਆ? ਡਿਸਕ੍ਰਿਪਸ਼ਨ ਆਫ ਦਾ ਅਰਥ, ਧਰਤੀ ਦਾ ਵਰਣਨ ਕਰਨਾ। ਮਤਲਬ ਇਸ ਦੇ ਵਿੱਚ ਆਪਾਂ ਧਰਤੀ ਦੇ ਹਰ ਇੱਕ ਕੰਪੋਨੈਂਟ ਬਾਰੇ ਪੜ੍ਹਾਂਗੇ, ਹਰ ਇੱਕ ਤੱਤ ਬਾਰੇ ਪੜ੍ਹਾਂਗੇ। ਇਹਦੇ ਵਿੱਚ ਆਪਾਂ ਇਹਦੀ ਕੀ ਹੈ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ ਅਤੇ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਮੈਪ ਦੇ ਦੁਆਰਾ ਸਮਝਾਇਆ ਜਾਵੇ ਸਾਰਾ ਕੁਛ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਕੀ ਦੱਸਣਾ ਗਾ, ਫਾਦਰ ਆਫ ਜਿਓਗ੍ਰਾਫੀ। ਜਿਹੜਾ ਫਾਦਰ ਆਫ ਜਿਓਗ੍ਰਾਫੀ ਆ ਉਹ ਕੌਣ ਆ? ਇਰੈਕਟੋਸਥਨੀਜ਼। ਠੀਕ ਹੈ, ਕੁਐਸਚਨ ਪੁੱਛ ਲੈਂਦੇ ਹੁੰਦੇ ਕਈ ਵਾਰ ਕਿ ਜਿਓਗ੍ਰਾਫੀ ਦੇ ਫਾਦਰ ਕੌਣ ਆ, ਤਾਂ ਉਹ ਕੌਣ ਨੇ? ਇਰੈਕਟੋਸਥਨੀਜ਼। ਇਹ ਤਾਂ ਸਿਰਫ ਜਿਓਗ੍ਰਾਫੀ ਬਾਰੇ ਸੀ ਕਿ ਜਿਓਗ੍ਰਾਫੀ ਹੁੰਦੀ ਕੀ ਆ, ਇਹਦੀ ਡੈਫੀਨੇਸ਼ਨ ਕੀ ਆ। ਠੀਕ ਹੈ, ਇਹਨਾਂ ਦੇ ਫਾਦਰ ਦਾ ਨੇਮ ਕੀ ਆ। ਹੁਣ ਆਪਾਂ ਅੱਗੇ ਕਰਦੇ ਹਾਂ ਕਿ ਜਿਓਗ੍ਰਾਫੀ ਨੂੰ ਦਾ ਵਰਗੀਕਰਨ ਕਿਵੇਂ ਕੀਤਾ ਗਿਆ, ਜਿਓਗ੍ਰਾਫੀ ਨੂੰ ਵੰਡਿਆ ਕਿਵੇਂ ਗਿਆ ਗਾ। ਠੀਕ ਹੈ, ਇਹਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ। ਇੱਕ ਵਰਲਡ ਦੀ ਜਿਓਗ੍ਰਾਫੀ ਆ, ਇੱਕ ਇੰਡੀਅਨ ਦੀ ਆ, ਇੱਕ ਇਨਵਾਇਰਮੈਂਟ ਦੀ ਆ। ਆਪਾਂ ਇਹਨਾਂ ਤਿੰਨਾਂ ਦੀ ਸਟੱਡੀ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਹੜਾ ਆਪਾਂ ਸਟਾਰਟ ਕੀਤਾ ਉਹ ਕੀ ਹੈਗਾ? ਇੰਡੀਅਨ ਜਿਓਗ੍ਰਾਫੀ। ਠੀਕ ਹੈ, ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ? ਇਕੱਲੀ ਇੰਡੀਅਨ ਜਿਓਗ੍ਰਾਫੀ ਕਰਾਂਗੇ। ਇੰਡੀਅਨ ਜਿਓਗ੍ਰਾਫੀ ਦੇ ਵਿੱਚ ਆਪਾਂ ਪੂਰੇ ਜਿਹੜੇ ਦੇ ਟੌਪਿਕ ਆਉਂਦੇ ਆ ਸਾਰੇ ਕਵਰ ਕਰਾਂਗੇ। ਇੰਡੀਅਨ ਜਿਓਗ੍ਰਾਫੀ ਦਾ ਮਤਲਬ ਕੀ ਆ? ਭਾਰਤ ਦੀ ਭੂਗੋਲ। ਠੀਕ ਹੈ, ਇਸ ਦੇ ਵਿੱਚ ਆਪਾਂ ਇਕੱਲੇ ਆਪਣੇ ਇੰਡੀਆ ਬਾਰੇ, ਆਪਣੇ ਭਾਰਤ ਬਾਰੇ ਪੜ੍ਹਾਂਗੇ। ਇਸ ਦਾ ਭਾਰਤ ਦਾ ਜਿਹੜਾ ਆਪਾਂ ਪਹਿਲਾ ਟੌਪਿਕ ਲਿੱਤਾ ਉਹ ਕੀ ਹੈਗਾ? ਇੰਟਰੋਡਕਸ਼ਨ ਆਫ ਇੰਡੀਆ। ਭਾਰਤ ਦੇ ਨਾਲ ਜਾਣ ਪਹਿਚਾਣ। ਕਿਸੇ ਵੀ ਦੀ ਗੱਲ ਕਰਦੇ ਹਾਂ ਆਪਾਂ, ਕਿਤੇ ਵੀ ਨਿਊ ਜਗ੍ਹਾ 'ਤੇ ਜਾਂਦੇ ਤਾਂ ਆਪਾਂ ਪਹਿਲਾਂ ਕੀ ਕਰਦੇ ਹਾਂ? ਆਪਣੀ ਇੰਟਰੋਡਕਸ਼ਨ ਕਰਦੇ ਹਾਂ, ਆਪਣੀ ਜਾਣ ਪਛਾਣ ਕਰਦੇ ਹਾਂ। ਇਸ ਤਰ੍ਹਾਂ ਅਸੀਂ ਵੀ ਅੱਜ ਇੰਡੀਆ ਦੀ ਜਿਓਗ੍ਰਾਫੀ ਸਟਾਰਟ ਕੀਤੀ ਤਾਂ ਪਹਿਲਾਂ ਆਪਾਂ ਇੰਡੀਆ ਦੇ ਨਾਲ ਕੀ ਕਰਾਂਗੇ? ਆਪਣੀ ਜਾਣ ਪਹਿਚਾਣ ਕਰਾਂਗੇ। ਠੀਕ ਹੈ, ਅਤੇ ਇਸ ਦੇ ਇੰਡੀਆ ਦੀ ਜਾਣ ਪਹਿਚਾਣ ਦੇ ਨਾਲ ਹੀ ਇਹਦੇ ਵਿੱਚ ਤਿੰਨ ਟੌਪਿਕ ਇਹ ਵਾਲੇ ਵੀ ਆ ਜਾਣਗੇ। ਉਹਦੀ ਲੋਕੇਸ਼ਨ ਕਿੱਥੇ ਆ, ਇੰਡੀਆ ਲੋਕੇਟ ਕਿੱਥੇ ਕਰਦਾ, ਬਾਉਂਡਰੀ ਉਹਦੇ ਕਿਹੜੇ ਕਿਹੜੇ ਦੇਸ਼ਾਂ ਦੇ ਨਾਲ ਲੱਗਦਾ, ਅਤੇ ਇਹਦੇ ਉਹਨਾਂ ਦੇਸ਼ਾਂ ਦੇ ਨਾਲ ਕਿਹੜੇ ਕਿਹੜੇ ਵਾਦ ਵਿਵਾਦ ਨੇ। ਠੀਕ ਹੈ, ਤਾਂ ਇੰਟਰੋਡਕਸ਼ਨ ਆਫ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਾਮ ਹੀ ਦੱਸਦੇ ਹੁੰਦੇ। ਇਸ ਤਰ੍ਹਾਂ ਇੰਡੀਆ ਦੇ ਵੀ ਆਪਾਂ ਅਲੱਗ ਅਲੱਗ ਨੇਮ ਦੱਸ ਦਿਆਂਗੇ, ਜਿਹੜੇ ਕਿ ਅਲੱਗ ਅਲੱਗ ਲੋਕਾਂ ਦੁਆਰਾ ਦਿੱਤੇ ਗਏ ਨੇ। ਜਿਵੇਂ ਹੁਣ ਇੰਡੀਆ ਪਹਿਲਾਂ। ਠੀਕ ਹੈ, ਇੰਡੀਆ ਕਿਹਨਾਂ ਦੁਆਰਾ ਦਿੱਤਾ ਗਿਆ ਹੈਗਾ? ਗ੍ਰੀਕਸ ਦੇ ਦੁਆਰਾ ਦਿੱਤਾ ਗਿਆ। ਗ੍ਰੀਕਸ ਮੀਨਜ਼ ਯੂਨਾਨੀਆਂ ਦੁਆਰਾ। ਠੀਕ ਹੈ, ਯੂਨਾਨੀਆਂ ਦੁਆਰਾ ਕੀ ਦਿੱਤਾ ਗਿਆ ਹੈਗਾ? ਇੰਡੀਆ ਨਾਮ ਦਿੱਤਾ ਗਿਆ ਹੈਗਾ। ਉਸ ਤੋਂ ਬਾਅਦ ਸੈਕਿੰਡ ਨਾਮ ਕਿਹੜਾ ਹੈਗਾ? ਭਾਰਤ। ਠੀਕ ਹੈ, ਭਾਰਤ ਦਾ ਕੀ ਆ? ਜਿਹੜੇ ਆਪਣੇ ਰਾਜਵੰਸ਼ੀਆਂ ਨੇ ਆਪਣੇ 'ਤੇ ਰਾਜ ਕੀਤਾ ਸੀ, ਉਹਨਾਂ ਦੁਆਰਾ ਕੀ ਨਾਮ ਦਿੱਤਾ ਸੀਗਾ? ਭਾਰਤ। ਥਰਡ ਕਿਹੜਾ ਆ ਗਿਆ ਵੀ? ਹਿੰਦੁਸਤਾਨ। ਹਿੰਦੁਸਤਾਨ ਕਿਹਨਾਂ ਨੇ ਦਿੱਤਾ ਸੀ? ਇਰਾਨੀਆਂ ਨੇ। ਇੰਗਲਿਸ਼ ਦੇ ਵਿੱਚ ਪਰਸ਼ੀਅਨ। ਇਰਾਨੀਆਂ ਨੇ ਜਦੋਂ ਅਟੈਕ ਕੀਤਾ ਸੀ ਤਾਂ ਇਹਨਾਂ ਨੇ ਭਾਰਤ ਦਾ ਕੀ ਨਾਮ ਦਿੱਤਾ ਸੀ? ਹਿੰਦੁਸਤਾਨ। ਇਹਨੂੰ ਇੱਕ ਆਰੀਆਵਰਤ ਵੀ ਕਹਿੰਦੇ ਨੇ। ਆਰੀਆਵਰਤ ਕਿਉਂ ਕਿਹਾ ਜਾਂਦਾ ਗਾ? ਕਿਉਂਕਿ ਇਹ ਲੈਂਡ ਆਫ ਆਰੀਆ ਸੀ। ਕਿਸੇ ਟਾਈਮ ਦੇ ਉੱਤੇ ਆਰੀਆ ਵਾਲੇ ਲੋਕ ਰਹਿੰਦੇ ਸੀ। ਲਾਸਟ ਨੇਮ ਕਿਹੜਾ ਹੈਗਾ ਇਹਦਾ? ਜੰਮੂ ਦੀਪ। ਠੀਕ ਹੈ, ਪੁਰਾਣਸ ਨੇ, ਲੇਖ ਨੇ, ਉਹਨਾਂ ਦੇ ਵਿੱਚ ਇਹਦਾ ਕੀ ਨਾਮ ਪਾਇਆ ਗਿਆ ਹੈਗਾ? ਆਪਾਂ ਜੰਮੂ ਦੀਪ। ਇਹ ਸਾਰੇ ਕੀ ਨੇ? ਇੰਡੀਆ ਦੇ ਨਾਮ ਨੇ। ਇੱਕ ਵਾਰ ਰਿਵਾਈਜ਼ ਕਰ ਲੈਂਦੇ ਹਾਂ। ਇੰਡੀਆ ਕਿਹਦੇ ਦੁਆਰਾ ਦਿੱਤਾ ਗਿਆ? ਯੂਨਾਨੀਆਂ ਦੁਆਰਾ। ਭਾਰਤ ਕਿਹਦੇ ਦੁਆਰਾ ਦਿੱਤਾ? ਭਾਰਤ ਰਾਜਵੰਸ਼ ਲੋਕਾਂ ਨੇ ਜਦੋਂ ਅਟੈਕ ਕੀਤਾ ਸੀ, ਉਹਨਾਂ ਨੇ ਰਾਜ ਕੀਤਾ, ਉਸ ਟਾਈਮ ਦਾ ਨਾਂ ਭਾਰਤ ਦਿੱਤਾ ਗਿਆ। ਹਿੰਦੁਸਤਾਨ ਜਦੋਂ ਇਰਾਨੀਆਂ ਨੇ ਇਹਦੇ ਉੱਤੇ ਹਮਲਾ ਕੀਤਾ ਸੀ, ਇਰਾਨੀਆਂ ਦੁਆਰਾ ਦਿੱਤਾ ਗਿਆ। ਉਸ ਤੋਂ ਬਾਅਦ ਆਰੀਆਵਰਤ ਕਿਹਨਾਂ ਦੁਆਰਾ ਦਿੱਤਾ ਗਿਆ ਸੀ?
ਆਰੀਆ ਲੋਕ ਆਏ ਸੀ। ਉਸ ਤੋਂ ਬਾਅਦ ਜੰਮੂ ਦੀਪ, ਜਿਹੜਾ ਇਹਦੇ ਪੁਰਾਣੇ ਲੇਖ ਨੇ ਉਹਨਾਂ 'ਚ ਕੀ ਮਿਲਦਾ ਗਾ, ਜੰਮੂ ਦੀਪ ਇਸ ਦਾ ਨਾਮ ਮਿਲਦਾ ਗਾ। ਹਾਂਜੀ, ਆਪਾਂ ਇਹਦੇ ਵਿੱਚ ਹੁਣ ਇਹਦੀ ਇੰਟਰੋਡਕਸ਼ਨ ਕਰਨ ਤੋਂ ਬਾਅਦ ਆਪਾਂ ਇਹਦਾ ਪਹਿਲਾ ਟੌਪਿਕ ਚੱਕਣ ਜਾ ਰਹੇ ਹਾਂਗੇ, ਲੋਕੇਸ਼ਨ ਆਫ ਇੰਡੀਆ। ਇਹਦੀ ਲੋਕੇਸ਼ਨ ਕਿੱਥੇ ਲੋਕੇਟ ਕਰ ਰਿਹਾ ਗਾ ਗਲੋਬ ਦੇ ਉੱਤੇ, ਠੀਕ ਹੈ। ਇਹਦੀ ਆਪਾਂ ਡੀਪਲੀ ਜਾ ਕੇ ਸਟੱਡੀ ਕਰਾਂਗੇ ਕਿ ਇਹ ਗਲੋਬ ਦੇ ਉੱਤੇ ਕਿੱਥੇ ਸਥਿਤ ਹੋ ਰਿਹਾ ਗਾ। ਇਹਨੂੰ ਪੌਜ਼ ਕਰ ਲਓ। ਗੱਲ ਕਰਦੇ ਹਾਂ ਲੋਕੇਸ਼ਨ ਆਫ ਇੰਡੀਆ। ਭਾਰਤ ਦੀ ਸਥਿਤੀ, ਭਾਰਤ ਕਿਸ ਸਾਈਡ 'ਤੇ ਸਥਿਤ ਹੈ, ਇਹਦੀ ਲੋਕੇਸ਼ਨ ਕਿੱਥੇ ਹੈਗੀ, ਠੀਕ ਹੈ। ਇਸ ਦੇ ਲਈ ਆਪਾਂ ਇੱਕ ਗਲੋਬ ਬਣਾਇਆ ਹੈਗਾ। ਗਲੋਬ ਕੀ ਹੁੰਦਾ, ਧਰਤੀ ਦਾ ਮਾਡਲ, ਪੂਰਾ ਧਰਤੀ ਜਿਹੜੀ ਆਪਣੀ ਪੂਰੇ ਸੰਸਾਰ ਦੀ ਧਰਤੀ ਆ ਉਹਦਾ ਮਾਡਲ। ਹਾਂਜੀ, ਹੁਣ ਆਪਾਂ ਸੋਚ ਸਕਦੇ ਹਾਂ ਵੀ ਇੰਨੀ ਵੱਡੀ ਧਰਤੀ ਆ, ਉਹਨੂੰ ਆਪਾਂ ਐਵੇਂ ਤਾਂ ਮਿਣ ਨਹੀਂ ਸਕਦੇ, ਠੀਕ ਹੈ। ਕੋਈ ਇਹੋ ਜਿਹਾ ਪੈਮਾਨਾ, ਕੋਈ ਇਹੋ ਜਿਹਾ ਮੀਟਰ ਬਣੇ ਨਹੀਂ ਕਿ ਆਪਾਂ ਇਹਨਾਂ ਦੀਆਂ ਸਾਈਡਾਂ ਮਿਣ ਲਈਏ ਵੀ ਉਹ ਕਿਹੜਾ ਕਿੰਨੀ ਦੂਰ 'ਤੇ, ਕਿਹੜਾ ਕਿੰਨੀ ਦੂਰ 'ਤੇ ਆ। ਇਸ ਦੇ ਲਈ ਆਪਾਂ ਇੱਕ ਗਲੋਬ ਬਣਾਇਆ। ਹਾਂਜੀ, ਆਪਾਂ ਇਸ ਗਲੋਬ ਨੂੰ ਡਰਾ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂਗੇ। ਦੇਖੋ ਕੀ ਕੀਤਾ ਗਿਆ, ਇਸ ਤਰ੍ਹਾਂ ਆਪਣਾ ਇਹ ਗਲੋਬ ਆ, ਇਹਦੇ ਉੱਤੇ ਸਾਰੀਆਂ ਕੀ ਨੇ ਆਰਟੀਫਿਸ਼ਲ ਲਾਈਨਸ ਡਰਾ ਕੀਤੀਆਂ ਗਈਆਂ। ਆਰਟੀਫਿਸ਼ਲ ਲਾਈਨਸ ਵੀ ਤਾਂ ਕਿਤੋਂ ਡਰਾ ਕੀਤੀਆਂ ਹੋਣਗੀਆਂ, ਤਾਂ ਜਿਹੜਾ ਇਹਦਾ ਅਰਥ ਦਾ ਸਭ ਤੋਂ ਸੈਂਟਰ ਪੁਆਇੰਟ ਆ ਉਹਦੇ ਵਿੱਚ ਆਪਾਂ ਕੀ ਲਾ ਲਈ, ਇੱਕ ਲਾਈਨ ਲਗਾ ਲਈ। ਜਿਹੜੀ ਇਹ ਇਮੈਜਨਰੀ ਲਾਈਨ ਲਗਾਈ ਸੀ, ਇਹ ਸੈਂਟਰ ਦੇ ਵਿੱਚ ਦੀ ਤਾਂ ਲਗਾਈ ਸੀ, ਪਰ ਇਹ ਸੈਂਟਰ ਦੇ ਨਾਲ ਕਿੰਨੀ ਡਿਗਰੀ ਦਾ ਐਂਗਲ ਬਣਾਉਂਦੀ ਆ, 0 ਡਿਗਰੀ ਦਾ, ਠੀਕ ਹੈ। ਸੈਂਟਰ ਦੇ ਨਾਲ 0 ਡਿਗਰੀ ਦਾ ਐਂਗਲ ਬਣਾਉਂਦੀ ਆ ਅਤੇ ਇਸ ਲਾਈਨ ਨੂੰ ਆਪਾਂ ਕੀ ਕਹਿੰਦੇ ਆ, ਇਕੁਏਟਰਲ ਲਾਈਨ ਕਹਿੰਦੇ ਆ। ਪੰਜਾਬੀ ਦੇ ਵਿੱਚ ਇਹਨੂੰ ਕੀ ਕਹਾਂਗੇ, ਭੂ ਮੱਧ ਰੇਖਾ। ਕੀ ਕਹਾਂਗੇ, ਭੂ ਮੱਧ ਰੇਖਾ, ਠੀਕ ਹੈ। ਇਸ ਤੋਂ ਬਾਅਦ ਕੀ ਕੀਤਾ ਗਿਆ, ਇੱਕ ਇਹਨੂੰ ਇਹਦੇ 0 ਡਿਗਰੀ ਤੋਂ ਮੈਜ਼ਰ ਕਰਕੇ ਇੱਥੇ ਇੱਕ ਐਂਗਲ ਬਣਾਇਆ ਗਿਆ, ਜਿਹੜਾ ਕਿੰਨਾ ਸੀ, 23.5 ਡਿਗਰੀ, ਠੀਕ ਹੈ। ਸੇਮ ਇੱਧਰਲੇ ਪਾਸੇ ਵੀ ਇੱਕ ਲਗਾਇਆ ਗਿਆ। ਜਿਹੜੀ ਇੱਥੇ ਇਹ ਲਾਈਨ ਬਣੀ, ਇਹਨਾਂ ਦੋਨਾਂ ਨੂੰ ਕੀ ਕਰਤਾ, ਮਿਲਾਤਾ। ਇਹ ਗਲੋਬ ਦਾ ਨਾਰਥ ਪਾਰਟ ਆ, ਇਹ ਸਾਊਥ ਪਾਰਟ ਆ, ਇਹ ਕਿਹੜਾ ਗਾ, ਵੈਸਟ ਆ, ਇਹ ਕਿਹੜਾ ਗਾ, ਈਸਟ ਆ। ਸੇਮ ਸਾਊਥ ਪਾਰਟ ਵਾਲੇ ਪਾਸੇ ਵੀ 2 ਕੋਣ ਆ ਜਿਹੜੇ, ਉਹਦੇ ਹਿਸਾਬ ਦੇ ਨਾਲ ਲਾਈਨਾਂ ਲਗਾਈਆਂ ਗਈਆਂ। ਇਹ ਕਿੰਨਾ ਸੀ, 66 ਸਹੀ 1/2 ਡਿਗਰੀ, ਠੀਕ ਹੈ। ਇੱਧਰ ਵੀ ਕਿੰਨਾ ਗਿਆ, 66 ਸਹੀ 1/2 ਡਿਗਰੀ। ਅਤੇ ਇਸ ਤਰ੍ਹਾਂ ਇਹਨਾਂ ਲਾਈਨਾਂ ਨੂੰ ਵੀ ਕੀ ਕੀਤਾ ਗਿਆ, ਮਿਲਾ ਲਿਆ ਗਿਆ। ਇਸ ਤੋਂ ਬਾਅਦ ਇਹਦੇ ਵਿੱਚ ਇਸ ਤੋਂ 1 ਡਿਗਰੀ ਦੇ ਉੱਤੇ ਲਾਈਨਾਂ ਖਿੱਚੀਆਂ ਗਈਆਂ। ਇਹ ਤਾਂ ਸਾਰੀਆਂ ਹੋ ਗਈਆਂ ਲੇਟਮੀ ਲਾਈਨਾਂ, ਮੀਨਸ ਕੀ ਆ, ਹੌਰੀਜ਼ੈਂਟਲ ਲਾਈਨਾਂ। ਉਸ ਤੋਂ ਇਸ ਤਰ੍ਹਾਂ ਹੀ ਆਪਾਂ ਖੜਮੀਆਂ ਲਾਈਨਾਂ ਲਗਾਈਆਂ ਗਈਆਂ। ਇਹ ਵੀ 1 ਡਿਗਰੀ ਐਂਗਲ ਦੇ ਉੱਤੇ ਹੀ ਸਾਰੀਆਂ ਲਾਈਨਾਂ ਲਗਾਈਆਂ ਗਈਆਂ। ਇੱਥੇ ਕੀ ਹੋਇਆ, ਹੁਣ ਇਹਨਾਂ ਜਿਹੜੀਆਂ ਖੜਮੀਆਂ ਲਾਈਨਾਂ ਨੇ ਉਹਨਾਂ ਨੂੰ ਕੀ ਕਿਹਾ ਗਿਆ ਹੈਗਾ, ਲੈਟੀਟਿਊਡ। ਲੈਟੀਟਿਊਡ ਮਤਲਬ ਅਕਸ਼ਾਂਸ਼ ਰੇਖਾਵਾਂ, ਠੀਕ ਹੈ। ਜਿਹੜੀਆਂ ਆਪਣੀਆਂ ਸੀ ਜਿਹੜੀਆਂ ਲੇਟਮੀਆਂ ਲਾਈਨਾਂ ਸੀ ਉਹ ਕਿਹੜੀਆਂ ਨੇ, ਲੈਟੀਟਿਊਡ, ਅਤੇ ਕੀ ਕਿਹਾ ਗਿਆ, ਅਕਸ਼ਾਂਸ਼ ਰੇਖਾਵਾਂ। ਵਰਟੀਕਲ ਲਾਈਨਸ ਖੜਮੀਆਂ ਲਾਈਨਾਂ, ਉਹਨਾਂ ਨੂੰ ਕੀ ਕਿਹਾ ਗਿਆ ਹੈਗਾ, ਲੌਂਗੀਟਿਊਡਨਲ ਦਿਸ਼ਾਂਤਰ ਰੇਖਾਵਾਂ, ਠੀਕ ਹੈ। ਜਿਹੜੀਆਂ ਇਹ ਦਿਸ਼ਾਂਤਰ ਰੇਖਾਵਾਂ ਕਿਹੜੀਆਂ ਨੇ, ਲੌਂਗੀਟਿਊਡ, ਅਤੇ ਅਕਸ਼ਾਂਸ਼ ਰੇਖਾਵਾਂ ਕਿਹੜੇ ਨੇ, ਲੈਟੀਟਿਊਡ। 0 ਡਿਗਰੀ ਐਂਗਲ 'ਤੇ ਕਿਹੜੀ ਬਣਾਉਂਦੀ ਹੈਗੀ, ਉਹ ਕਿਹੜੀ ਆ, ਭੂ ਮੱਧ ਰੇਖਾ, ਇਕੁਏਟਰਲ ਲਾਈਨ। ਹੁਣ ਮੈਂ ਇਹਨਾਂ ਦੀ ਤੁਹਾਨੂੰ ਗਿਣਤੀ ਵੀ ਦੱਸ ਦਿੰਦੀ ਹੈਗੀ। ਜਿਹੜੀਆਂ ਤਾਂ ਆਪਣੀਆਂ ਨੇ ਹੌਰੀਜ਼ੈਂਟਲ ਲਾਈਨ, ਲੈਟੀਟਿਊਡ ਲਾਈਨ, ਉਹ ਕਿੰਨੀਆਂ ਨੇ, 179। ਸ਼ਾਰਟ ਦੇ ਵਿੱਚ ਲਿਖ ਦਿਆਂਗੇ ਲੈਟੀਟਿਊਡ, ਠੀਕ ਹੈ। ਉਸ ਤੋਂ ਬਾਅਦ ਦੂਸਰੀਆਂ ਕਿੰਨੀਆਂ ਨੇ, 360 ਲਾਈਨਸ, ਉਹ ਕਿਹੜੀਆਂ ਨੇ, ਲੌਂਗੀਟਿਊਡਨਲ। ਇਹ ਲੌਂਗੀਟਿਊਡਨਲ ਕਿੰਨੇ ਨੇ, 360 ਨੇ ਟੋਟਲ। ਇਹ ਕਿੰਨੀਆਂ ਨੇ, 179। ਇਸ ਤੋਂ ਬਿਨਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦੀ ਹਾਂ। ਜਿਹੜਾ ਇਹ 1 ਡਿਗਰੀ ਆ,
ठीक है। ਜਦੋਂ ਆਪਾਂ ਗੱਲ ਕਰਦੇ ਹਾਂ ਲੈਟੀਟਿਊਡ ਵਾਲੀ ਸਾਈਡ ਤਾਂ ਇਹ ਕਿੰਨੇ ਕਿਲੋਮੀਟਰ ਦੂਰੀ ਤੈਅ ਕਰਦਾ, ਮਤਲਬ 1 ਡਿਗਰੀ ਤੋਂ ਲੈ ਕੇ ਅਗਲੇ 1 ਡਿਗਰੀ ਤੱਕ ਕਿੰਨੀ ਦੂਰੀ ਹੁੰਦੀ ਆ 1 ਕਿਲੋਮੀਟਰ। ਠੀਕ ਹੈ। ਇਸੇ ਤਰ੍ਹਾਂ ਜਦੋਂ ਆਪਾਂ ਲੌਂਗੀਟਿਊਡਨਲੀ ਜਾਂਦੇ ਹਾਂ ਉਦੋਂ ਥੋੜ੍ਹਾ ਜਿਹਾ ਫਰਕ ਪੈਂਦਾ ਗਾ 1.32 ਕਿਲੋਮੀਟਰ। ਠੀਕ ਹੈ। ਸਿਰਫ ਇੰਨਾ ਕੁ ਫਰਕ ਪੈਂਦਾ ਗਾ ਲੌਂਗੀਟਿਊਡਨਲ ਵਾਲੀ ਸਾਈਡ 1.32 ਐਂਡ ਦੂਸਰੀ ਸਾਈਡ ਕਿੰਨੀਆਂ ਨੇ 1 ਕਿਲੋਮੀਟਰ। ਇਸ ਤਰ੍ਹਾਂ ਦਾ ਤੁਹਾਨੂੰ ਇਹ ਸਿਰਫ ਇੰਨਾ ਦੱਸਿਆ ਗਿਆ ਵੀ ਇਹ ਕਿਵੇਂ ਲਾਈਨਾਂ ਡਰੋ ਕੀਤੀਆਂ ਗਈਆਂ ਨੇ। ਠੀਕ ਹੈ। ਪਰ ਆਪਾਂ ਹੁਣ ਅੱਗੇ ਕੀ ਕਰਨਾ, ਆਪਾਂ ਦੇਖਣਾ ਗਾ ਕਿ ਆਪਣਾ ਇੰਡੀਆ ਕਿੱਥੇ ਸਥਿਤ ਆ, ਕਿਸ ਕੰਡੀਸ਼ਨ ਦੇ ਵਿੱਚ ਸਥਿਤ ਆ। ਆਪਾਂ ਮੇਨ ਗੱਲ ਉਹ ਵਾਲੀ ਕਰਨੀ। ਹਾਂਜੀ, ਆਪਾਂ ਦੇਖ ਚੁੱਕੇ ਹਾਂ। ਠੀਕ ਹੈ। ਕਿਹੜੀਆਂ ਕਿਹੜੀਆਂ ਲਾਈਨਾਂ ਆਉਂਦੀਆਂ ਨੇ, ਇੱਕ ਅਰਥ ਦੇ ਉੱਤੇ ਇੱਕ ਹੌਰੀਜੈਂਟਲ ਲਾਈਨ ਆਉਂਦੀਆਂ ਨੇ, ਇੱਕ ਕਿਹੜੇ ਨੇ ਵਰਟੀਕਲ ਲਾਈਨਸ ਆਉਂਦੀਆਂ ਨੇ ਜਿਨ੍ਹਾਂ ਨੂੰ ਖੜਵੀਆਂ ਰੇਖਾਵਾਂ ਕਿਹਾ ਜਾਂਦਾ ਅਤੇ ਲੇਟਵੀਂ ਰੇਖਾਵਾਂ ਕਿਹਾ ਜਾਂਦਾ। ਇਹਨਾਂ ਨੂੰ ਕੀ ਕਿਹਾ ਜਾਂਦਾ ਗਾ ਅਕਸ਼ਾਂਸ਼ ਰੇਖਾਵਾਂ। ਠੀਕ ਹੈ। ਉਹਨਾਂ ਨੂੰ ਕੀ ਕਿਹਾ ਜਾਂਦਾ ਗਾ ਦਿਸ਼ਾਂਤਰ ਰੇਖਾਵਾਂ। ਠੀਕ ਹੈ। ਇਹਨਾਂ ਨੂੰ ਆਪਾਂ ਕੀ ਕਹਿੰਦੇ ਹੈਗੇ ਦਿਸ਼ਾਂਤਰ ਰੇਖਾਵਾਂ। ਇਹ ਤਾਂ ਸਿਰਫ ਰੇਖਾਵਾਂ ਬਾਰੇ ਹੀ ਸੀ। ਹੁਣ ਇੱਥੇ ਲਿਖਿਆ ਹੋਇਆ ਗਾ 37 ਡਿਗਰੀ ਸੈਲਸੀਅਸ 37 ਡਿਗਰੀ 6 ਮਿੰਟ 8 ਡਿਗਰੀ 4 ਮਿੰਟ 68 ਡਿਗਰੀ 7 ਮਿੰਟ 97 ਡਿਗਰੀ 25 ਮਿੰਟ। ਇਹ ਸਭ ਕੀ ਆ ਦੇਖੋ ਵੀ ਆ ਆਪਣਾ ਗਲੋਬ ਆ, ਗਲੋਬ ਦੇ ਉੱਤੇ ਇੰਡੀਆ ਇੱਥੇ ਸ਼ੋ ਹੋ ਰਿਹਾ ਗਾ। ਰਫਲੀ ਡਰਾ ਕਰਕੇ ਦਿਖਾਉਣੀ ਆ। ਆਹ ਆਪਣਾ ਗਲੋਬ ਆ, ਆਹ ਭੂ ਮੱਧ ਰੇਖਾ ਗੀ, ਇੱਥੇ ਕੀ ਆ ਆਪਣਾ ਇੰਡੀਆ ਗਾ। ਠੀਕ ਹੈ। ਇੰਡੀਆ ਆਪਣਾ ਤੁਹਾਨੂੰ ਉਹਦੀ ਸ਼ੇਪ ਬਾਰੇ ਵੀ ਦੱਸ ਦਿੰਦੇ ਆ। ਉਹਦੀ ਸ਼ੇਪ ਕੀ ਆ ਕੁਆਡਰੀਲੇਟਰਲ ਆ, ਮਤਲਬ ਇੱਕ ਚਤੁਰਭੁਜ ਦੀ ਤਰ੍ਹਾਂ ਗਾ। ਠੀਕ ਹੈ। ਆਪਣੀ ਚਤੁਰਭੁਜ ਐਵੇਂ ਜਿਹੀ ਹੁੰਦੀ ਹੈ ਨਾ, ਤਾਂ ਆਪਣਾ ਇੰਡੀਆ ਦੀ ਸ਼ੇਪ ਵੀ ਕੀ ਹੈਗੀ ਇੱਕ ਕੁਆਡਰੀਲੇਟਰ ਆ, ਇੱਕ ਚਤੁਰਭੁਜ ਦੀ ਤਰ੍ਹਾਂ ਗੀ। ਹੁਣ ਦੇਖੋ ਆਪਾਂ ਇੰਡੀਆ ਦੀ ਲੋਕੇਸ਼ਨ ਦੇਖਣੀ ਕਿ ਇੰਡੀਆ ਲੋਕੇਟ ਕਿੱਥੇ ਕਰ ਰਿਹਾ ਗਾ। ਆਹ ਜਿਹੜੀਆਂ ਲੌਂਗੀਟਿਊਡਨਲ ਲਾਈਨ ਜਾ ਰਹੀਆਂ ਨੇ, ਆਹ ਕਿਹੜੀਆਂ ਨੇ ਲੈਟੀਟਿਊਡ ਜਾ ਰਹੀਆਂ ਨੇ। ਠੀਕ ਹੈ। ਇੱਥੇ ਆਪਣਾ ਕੀ ਆ ਇੰਡੀਆ ਗਾ। ਇੱਥੋਂ ਆਪਾਂ ਦੇਖਿਆ ਜਦੋਂ ਇੱਥੋਂ ਇਹਦੇ ਨਾਲ ਆਪਾਂ ਇੱਕ ਮੈਜ਼ਰ ਕੀਤਾ। ਠੀਕ ਕੋਣ ਜਦੋਂ ਆਪਾਂ ਇਹਦੇ ਨਾਲ ਮੈਜ਼ਰ ਕੀਤਾ ਤਾਂ ਇਹ ਇੱਥੇ ਕਿੰਨੀ ਡਿਗਰੀ ਦਾ ਸੀ 8 ਡਿਗਰੀ 4 ਮਿੰਟ। ਠੀਕ ਹੈ। ਇੱਥੋਂ ਇਸ ਸਾਈਡ ਮੈਜ਼ਰ ਕੀਤਾ ਤਾਂ ਇੱਥੇ ਕਿੰਨਾ ਸੀ 37 ਡਿਗਰੀ 6 ਮਿੰਟ। ਇੱਕ ਗੱਲ ਹੋਰ, ਇਹ ਹੈ ਜਿਹੜਾ ਆਪਣਾ ਸਾਊਥ ਪਾਰਟ ਆ, ਦੱਖਣੀ ਭਾਗ ਆ, ਆਹ ਕਿਹੜਾ ਗਾ ਆਪਣਾ ਉੱਤਰੀ ਭਾਗ ਆ। ਠੀਕ ਹੈ। ਇਹ ਕਿਹੜਾ ਆਪਣਾ ਉੱਤਰੀ ਭਾਗ ਆ, ਨਾਰਥ ਵਾਲਾ ਪਾਰਟ ਆ। ਤਾਂ ਆਪਣਾ ਇੰਡੀਆ ਇਸ ਸਾਈਡ ਆ ਨਾ, ਆ ਰਿਹਾ ਆਪਣਾ ਇੰਡੀਆ। ਇੱਧਰ ਵੀ ਦੇਖੋ ਆਹ ਇੰਡੀਆ ਗਾ, ਇਹਦੇ ਵਿੱਚ ਵੀ ਦੇਖੋ ਇੱਧਰ ਉੱਪਰ ਸਾਰੇ ਨਾਰਥ ਵਾਲੇ ਨੇ, ਇੱਧਰ ਸਾਊਥ ਆ, ਇੱਧਰ ਨਾਰਥ ਆ, ਇੱਧਰ ਈਸਟ ਆ, ਇੱਧਰ ਵੈਸਟ ਆ। ਤਾਂ ਆਪਣਾ ਇੰਡੀਆ ਕਿਹੜੇ ਹੈਮੀਸਫੀਅਰ ਦੇ ਵਿੱਚ ਆਉਂਦਾ ਨਾਰਦਰਨ ਹੈਮੀਸਫੀਅਰ ਦੇ ਵਿੱਚ ਆਉਂਦਾ ਗਾ। ਕਿਹਦੇ ਅਨੁਸਾਰ ਹੌਰੀਜੈਂਟਲ ਲਾਈਨ ਦੇ ਅਨੁਸਾਰ। ਅਤੇ ਵਰਟੀਕਲ ਲਾਈਨ ਦੇ ਅਨੁਸਾਰ ਇਹ ਕਿੱਥੇ ਹੈਗਾ, ਇਹ ਕਿਹੜੇ ਹਿੱਸੇ 'ਚ ਆ ਈਸਟ ਵਾਲੇ ਦੇ ਵਿੱਚ ਆ। ਠੀਕ ਹੈ। ਇਸ ਤਰ੍ਹਾਂ ਕੀ ਆ ਇਹ ਈਸਟ ਹੈਮੀਸਫੀਅਰ ਐਂਡ ਕਿਹੜੀ ਗੱਲ ਆ ਗਈ ਆਪਣੀ। ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜੀਆਂ ਆਪਣੀਆਂ ਲੇਟਵੀਆਂ ਲਾਈਨਾਂ ਨੇ ਉਹਦੇ ਅਨੁਸਾਰ ਇਹ ਆਪਣੇ ਉੱਤਰੀ ਅਰਧ ਗੋਲੇ ਦੇ ਵਿੱਚ ਹੈਗਾ। ਇਹ ਪੂਰਾ ਇੱਕ ਗੋਲਾ ਗਾ ਅਤੇ ਇਹਦਾ ਜਿਹੜਾ ਇਹ ਆ ਇੱਕ ਗੋਲਾ ਗਾ, ਜਦੋਂ ਇਹਨੂੰ ਇੱਥੇ ਵੰਡ ਲਿਆ ਤਾਂ ਇਹ ਕੀ ਬਣ ਗਿਆ 2 ਭਾਗਾਂ 'ਚ ਬਣ ਗਿਆ। ਉੱਪਰਲੇ ਨੂੰ ਆਪਾਂ ਉੱਤਰੀ ਅਰਧ ਗੋਲਾ ਕਹਿਤਾ, ਨੀਚੇ ਨੂੰ ਦੱਖਣੀ ਅਰਧ ਗੋਲਾ ਕਹਿਤਾ। ਇਸ ਕਰਕੇ ਜਿਹੜੀਆਂ ਆਪਣੀਆਂ ਲੇਟਵੀਆਂ ਲਾਈਨਾਂ ਨੇ ਉਹਦੇ ਅਕੋਰਡਿੰਗ ਇਹ ਉੱਤਰੀ ਅਰਧ ਗੋਲੇ ਦੇ ਵਿੱਚ ਆ ਅਤੇ ਖੜਵੀਆਂ ਲਾਈਨਾਂ ਦੇ ਅਕੋਰਡਿੰਗ ਇਹ ਆਪਣੇ ਪੂਰਬੀ ਅਰਧ ਗੋਲੇ ਦੇ ਵਿੱਚ ਹੈਗਾ। ਇੱਥੋਂ ਆਪਾਂ ਨੂੰ ਸਾਰੀ ਕਿਸ ਗੱਲ ਦੀ ਨੌਲੇਜ ਮਿਲ ਗਈ ਕਿ ਆਪਣਾ ਇੰਡੀਆ ਕਿੱਥੇ ਲੋਕੇਟ ਆ। ਤਾਂ ਇੱਥੇ ਆਪਾਂ ਕਹਾਂਗੇ ਕਿ ਇਹ ਸਾਡਾ ਨਾਰਦਰਨ ਹੈਮੀਸਫੀਅਰ। ਠੀਕ ਹੈ। ਜੇ ਦੋਨਾਂ ਦੀ ਆਉਂਦੀਆਂ ਨਾਰਦਰਨ ਮਤਲਬ ਉੱਤਰੀ ਅਰਧ ਗੋਲਾ ਅਤੇ ਦੱਖਣੀ ਅਰਧ ਗੋਲਾ ਪੂਰਬੀ ਅਰਧ ਗੋਲਾ ਦੋਨਾਂ ਦੀ ਆਪਸ਼ਨ ਆਉਂਦੀ ਆ ਤਾਂ ਦੋਨੇ ਟਿਕ ਲਗਾਵਾਂਗੇ। ਜੇ ਇਕੱਲਾ ਆਉਂਦਾ ਕਿ ਉੱਤਰੀ ਅਰਧ ਗੋਲੇ ਵਿੱਚ ਸਥਿਤ ਹੈ ਤਾਂ ਆਪਾਂ ਇਕੱਲੇ ਉੱਤਰੀ ਅਰਧ ਗੋਲੇ ਦੇ ਵਿੱਚ ਆਪਾਂ ਟਿਕ ਲਗਾਵਾਂਗੇ। ਜਿਹੜੀਆਂ ਹੌਰੀਜੈਂਟਲ ਲਾਈਨ ਸੀ ਅਤੇ ਵਰਟੀਕਲ ਲਾਈਨ ਸੀ ਇਹ ਦੋਨੇ ਕੀ ਆ ਪੂਰੇ ਗਲੋਬ ਦੀਆਂ ਨੇ। ਅਤੇ ਜਦੋਂ ਆਪਾਂ ਇੰਡੀਆ ਦੇ ਭਾਰਤ ਦੀ ਗੱਲ ਕਰਦੇ ਹਾਂ
ਤਾਂ ਹੌਰੀਜੈਂਟਲ ਲਾਈਨਸ ਨੇ ਜਿਹੜੀਆਂ ਉਹ ਵੀ ਦੋ ਪਾਰਟ ਦੇ ਵਿੱਚ ਹੋ ਜਾਂਦੀਆਂ ਨੇ। ਇੱਕ ਕੀ ਆ ਜਾਂਦੀ ਆ ਉੱਤਰੀ ਅਰਧ ਗੋਲਾ, ਠੀਕ ਹੈ। ਦੂਸਰੀ ਕਿਹੜੀ ਆ ਜਾਂਦੀ ਹੈਗੀ ਦੱਖਣੀ ਅਰਧ ਗੋਲਾ। ਇੰਡੀਆ ਦੇ ਬੇਸ 'ਤੇ ਗੱਲ ਕਰ ਰਹੇ ਹਾਂ ਆਪਾਂ, ਭਾਰਤ ਦੇ ਬੇਸ 'ਤੇ ਗੱਲ ਕਰ ਰਹੇ ਹਾਂਗੇ, ਠੀਕ ਹੈ। ਇੱਧਰ ਐਵੇਂ ਵਰਟੀਕਲ ਲਾਈਨਸ ਨੇ ਜਿਹੜੀਆਂ ਉਹ ਵੀ ਇਸ ਤਰ੍ਹਾਂ ਹੀ ਆ ਜਾਂਦੀਆਂ ਨੇ। ਇਹ ਕਿਹੜੀਆਂ ਆ ਜਾਂਦੀਆਂ ਨੇ ਦੋਨੇ, ਇੱਕ ਆ ਜਾਂਦੀ ਹੈਗੀ ਪੂਰਬੀ ਅਰਧ ਗੋਲਾ, ਪੂਰਬੀ ਅਰਧ ਗੋਲਾ, ਤੇ ਦੂਸਰੀ ਕਿਹੜੀ ਆ ਜਾਂਦੀ, ਇੱਕ ਲਾਈਨ ਕਿਹੜੀ ਆ ਗਈ ਵੀ ਪੱਛਮੀ ਅਰਧ ਗੋਲਾ, ਠੀਕ ਹੈ, ਮਤਲਬ ਵੈਸਟਰਨ ਹੈਮੀਸਫੀਅਰ। ਨੈਕਸਟ ਕੀ ਆ ਜਿਹੜਾ ਆਹ 37 ਡਿਗਰੀ 6 ਮਿੰਟ ਨਾਰਥ ਐਂਗਲ ਬਣਾ ਰਿਹਾ, ਜਿੱਦਾਂ ਐਵੇਂ ਆਪਣਾ ਗਲੋਬ ਦੇ ਉੱਤੇ ਕੀ ਆ ਇੰਡੀਆ ਪਿਆ, ਠੀਕ ਹੈ। ਇੱਥੇ ਕੀ ਆ ਆਪਣੀ ਭੂ ਮੱਧ ਰੇਖਾ ਗੀ, ਇਹ ਇਹਦਾ ਦੱਖਣੀ ਭਾਗ ਆ, ਇਹਦਾ ਉੱਤਰੀ ਭਾਗ ਆ। ਇਹ ਉੱਤਰੀ ਭਾਗ ਦੇ ਨਾਲ 37 ਡਿਗਰੀ 6 ਮਿੰਟ ਐਂਗਲ ਬਣਾ ਰਿਹਾ ਹੈਗਾ, ਅਤੇ ਜਿੱਥੇ ਇਹ ਐਂਗਲ ਬਣਾ ਰਿਹਾ ਜਿਹੜਾ ਇਹਦਾ ਸਿਖਰ ਪੁਆਇੰਟ ਆ, ਉਸ ਪੁਆਇੰਟ ਨੂੰ ਕੀ ਕਿਹਾ ਗਿਆ ਹੈਗਾ ਇੰਦਰਾ ਕੋਲ। ਰਿਪੀਟ ਕਰਦੀ ਹਾਂ ਮੈਂ, ਇੱਥੋਂ ਭੂ ਮੱਧ ਰੇਖਾ ਤੋਂ ਉੱਪਰੀ ਪੁਆਇੰਟ 'ਤੇ ਜਿਹੜਾ ਐਂਗਲ ਬਣਦਾ ਉਹ 37 ਡਿਗਰੀ 6 ਮਿੰਟ ਬਣਾ ਰਿਹਾ ਹੈਗਾ, ਅਤੇ ਇਸ ਪੁਆਇੰਟ ਨੂੰ ਕੀ ਕਹਿੰਦੇ ਨੇ ਇੰਦਰਾ ਕੋਲ। ਅਤੇ ਇਹ ਕਿੱਥੇ ਹੈਗਾ ਆਪਣੇ ਕਿਸ ਸਟੇਟ ਦੇ ਵਿੱਚ ਆ, ਹੁਣ ਇਹ ਸਟੇਟ ਨਹੀਂ ਰਹੀ, ਤੁਹਾਨੂੰ ਪਤਾ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਜੰਮੂ ਕਸ਼ਮੀਰ। ਇਸ ਤੋਂ ਬਾਅਦ ਜਿਹੜਾ ਇਹ 8 ਡਿਗਰੀ 4 ਮਿੰਟ ਆ, ਇਹ ਆਪਣੇ ਇਹਦੇ ਮੇਨ ਲੈਂਡ ਦੇ ਦੱਖਣੀ ਭਾਗ ਨਾਲ ਬਣਾ ਰਿਹਾ ਹੈਗਾ, ਠੀਕ ਹੈ। ਮੇਨ ਲੈਂਡ ਦੱਖਣੀ ਭਾਗ ਦੇ ਨਾਲ ਬਣਾ ਰਿਹਾ ਹੈਗਾ, ਤਾਂ ਇਸ ਨੂੰ ਕੀ ਕਹਿੰਦਾ ਕੈਪੇ ਕਮੋਰੀਅਨ, ਕੀ ਕਿਹਾ ਗਿਆ ਕੈਪੇ ਕਮੋਰੀਅਨ। ਅਤੇ ਇਹ ਤਾਮਿਲਨਾਡੂ ਦੇ ਵਿੱਚ ਆ। ਤਾਮਿਲਨਾਡੂ ਦੇ ਵੀ ਅੱਗੇ ਜਿਹੜੀ ਇੱਕ ਸਟੇਟ ਆ, ਤਾਮਿਲਨਾਡੂ ਦੇ ਵਿੱਚ ਜਿਹੜਾ ਇੱਕ ਉਹਦੀ ਡਿਸਟ੍ਰਿਕਟ ਆ ਕੰਨਿਆ ਕੁਮਾਰੀ ਦੇ ਵਿੱਚ ਆ। ਅਤੇ ਇਹਦੇ ਨਾਲ ਮੈਂ ਇੱਕ ਗੱਲ ਹੋਰ ਵੀ ਸ਼ੇਅਰ ਕਰ ਦਿੰਦੀ ਹਾਂ, ਕੰਨਿਆ ਕੁਮਾਰੀ ਹੈ ਜਿਹੜਾ ਉਹਨੂੰ ਸਨਰਾਈਜ਼ ਅਤੇ ਸਨਸੈਟ ਸਿਟੀ ਵੀ ਕਿਹਾ ਜਾਂਦਾ। ਸੂਰਜ ਸਭ ਤੋਂ ਪਹਿਲਾਂ ਚੜ੍ਹਦਾ ਵੀ ਉੱਥੇ ਅਤੇ ਛਿਪਦਾ ਵੀ ਉੱਥੇ ਆ, ਠੀਕ ਹੈ ਜੀ। ਹੁਣ ਅੱਗੇ ਜਿਹੜੀ ਹੈ 68 ਡਿਗਰੀ 7 ਆ, ਇਹ ਕਿਸ ਸਾਈਡ ਹੈਗੀ, ਇਹ ਆਪਣੀ ਹੈਗੀ ਈਸਟ ਵਾਲੀ ਸਾਈਡ, ਠੀਕ ਹੈ। ਇਹ ਆਪਣੀ ਵੈਸਟ ਵਾਲੀ ਸਾਈਡ ਆ, ਇਹਨੂੰ ਕੀ ਕਿਹਾ ਗਿਆ ਹੈਗਾ ਗੋਹਰਮਤੀ ਕਿਹਾ ਗਿਆ ਹੈਗਾ, ਅਤੇ ਇਹ ਕਿਹੜੇ ਪਾਸੇ ਆ ਆਪਣੇ ਗੁਜਰਾਤ ਦੇ ਵਿੱਚ ਹੈਗਾ। ਅਤੇ ਜਿਹੜੇ ਇੱਧਰ 97 ਡਿਗਰੀ 25 ਮਿੰਟ ਆ, ਇਹ ਇਹਨੂੰ ਕਿਬਿਥੂ ਪੁਆਇੰਟ ਕਿਹਾ ਗਿਆ ਹੈਗਾ, ਅਤੇ ਇਹ ਕਿਹੜੀ ਸਟੇਟ ਦੇ ਵਿੱਚ ਆ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆ। ਇਹ ਤਾਂ ਸਿਰਫ ਇੰਡੀਆ ਦੇ ਜਿਹੜੀ ਮੇਨ ਲੈਂਡ ਆ ਉਹਦੇ ਬਾਰੇ ਗੱਲ ਕੀਤੀ ਗਈ ਆ। ਹੁਣ ਤੁਹਾਨੂੰ ਪਤਾ ਇੱਥੇ ਆਪਣਾ ਇੰਡੀਆ ਹੈਗਾ, ਠੀਕ ਹੈ। ਇਸ 'ਤੇ ਕੀ ਆ ਇੱਧਰਲੇ ਪਾਸੇ ਕੀ ਆ ਅੰਡੇਮਾਨ ਨਿਕੋਬਾਰ ਆਈਲੈਂਡ ਨੇ। ਇਹ ਸਾਰੀ ਕੀ ਹੈ ਦੀ ਮੇਨ ਲੈਂਡ ਆ, ਪਰ ਇਹ ਮੇਨ ਲੈਂਡ ਦਾ ਪਾਰਟ ਨਹੀਂ ਹੈਗਾ, ਇੰਡੀਆ ਦਾ ਤਾਂ ਪਾਰਟ ਹੈਗਾ ਨਾ। ਇਸ ਕਰਕੇ ਜਿਹੜਾ ਦੱਖਣੀ ਸਭ ਤੋਂ ਬਿੰਦੂ ਆ ਜਿਹੜਾ ਭਾਰਤ ਦਾ, ਉਹ ਕਿਹੜਾ ਹੈਗਾ ਉਹ 6 ਡਿਗਰੀ 4 ਮਿੰਟ 'ਤੇ ਆ, ਅਤੇ ਉਹਨੂੰ ਕੀ ਕਿਹਾ ਗਿਆ ਹੈਗਾ ਇੰਦਰਾ ਪੁਆਇੰਟ ਕਿਹਾ ਗਿਆ ਹੈਗਾ। ਕਿਸ ਦੇ ਵਿੱਚ ਇਹ ਅੰਡੇਮਾਨ ਨਿਕੋਬਾਰ ਦੇ ਵਿੱਚ ਆ। ਹੁਣ ਆਪਣੇ ਕੋਲ 5 ਪੁਆਇੰਟ ਆ ਗਏ ਨੇ। ਇੱਕ ਤਾਂ ਇੰਦਰਾ ਕੋਲ, ਇਹ ਤਾਂ ਉੱਤਰੀ ਸਭ ਤੋਂ ਭਾਰਤ ਦਾ ਉੱਤਰੀ ਸਭ ਤੋਂ ਬਿੰਦੂ ਇੰਦਰਾ ਕੋਲ ਆ। ਅਤੇ ਜਿਹੜਾ ਮੁੱਖ ਭੂਮੀ ਦਾ ਬਿੰਦੂ ਆ ਉਹ ਕਿਹੜਾ ਕੈਪੇ ਕਮੋਰੀਅਨ ਆ। ਅਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਦੱਖਣੀ ਬਿੰਦੂ ਆ ਉਹ ਕਿਹੜਾ ਹੈਗਾ ਇੰਦਰਾ ਪੁਆਇੰਟ ਆ, ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਇੱਕ ਗੋਹਰਮੋਤੀ ਆ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਗੌਰ ਮਾਤਾ ਵੀ ਕਹਿੰਦੇ ਹੈਗੇ। ਇਹ ਗੁਜਰਾਤ ਦੇ ਵਿੱਚ ਆ, ਇਹ ਦੱਖਣ ਵਾਲੀ ਸਾਈਡ ਆ। ਅਤੇ ਇੱਧਰ ਜਿਹੜਾ ਕਬਿਥੂ ਆ ਇਹ ਕਿਹੜੀ ਸਾਈਡ ਆ ਈਸਟ ਵਾਲੀ ਸਾਈਡ ਆ, ਅਤੇ ਇਨ ਅਰੁਣਾਚਲ ਪ੍ਰਦੇਸ਼ ਆ। ਇੱਧਰ ਜਦੋਂ ਐਂਗਲ ਮੈਜ਼ਰ ਕਰਦੇ ਹਾਂ ਤਾਂ ਉਹ ਇੰਨਾ ਗਾ। ਹੁਣ ਅੱਗੇ ਆਪਾਂ ਦੇਖਦੇ ਹਾਂਗੇ ਕਿ ਇਹਨਾਂ ਦੀ ਦੂਰੀ ਕਿੰਨੀ ਆ ਇੱਕ ਪੋਲ ਤੋਂ ਲੈ ਕੇ ਦੂਸਰੇ ਪੋਲ ਤੱਕ। ਇੱਥੋਂ ਲੈ ਕੇ ਇੱਥੋਂ ਤੱਕ ਪੋਲ ਦੀ ਕਿੰਨੀ ਸਾਰੀ ਦੂਰੀ ਹੈਗੀ 3214 ਕਿਲੋਮੀਟਰ, ਕਿਉਂਕਿ 1 ਡਿਗਰੀ ਇੱਕ ਪਾਸੇ 111.32 ਆ, ਦੂਸਰੇ ਪਾਸੇ ਕਿੰਨਾ ਹੈਗਾ 111,
ठीक है, एक अक्षांश का एक दशांतर का। तो दूसरे उस तो जदों आप इधरों पूर्व तो पश्चिम दूरी देखते हैं तो कितनी हैगी 2933। ये 1 डिग्री इज इक्वल टू 111.32 किलोमीटर के हिसाब नाल मापी जाती है। इस तरह अपन इन्हों की पता लग जांदियां ने दूरियां पता लग जांदियां ने कि ये आपस के इन्हों के किलोमीटर के कितनी ज़्यादा दूरी हैगी। एक बारी फिर सारा रिवाइज कर लेंगे इंडिया की लोकेशन कित्थे हैगी। ਜਿਹੜੀਆਂ ਆਪਣੀਆਂ ਲੇਟੀਮੇ ਰੇਖਾਵਾਂ ਨੇ ਅਕਸ਼ਾਂਸ਼ ਰੇਖਾਵਾਂ ਵੀ ਕਿਹਾ ਜਾਂਦਾ, ਉਹਨਾਂ ਦੇ ਅਨੁਸਾਰ ਉੱਤਰੀ ਅਰਧਗੋਲੇ ਦੇ ਵਿੱਚ ਆ। ਤੇ ਜਿਹੜੀਆਂ ਆਪਣੀਆਂ ਖੜਵੀਆਂ ਰੇਖਾਵਾਂ ਨੇ ਦਿਸ਼ਾਂਤਰ ਰੇਖਾਵਾਂ ਕਿਹਾ ਜਾਂਦਾ, ਉਹਨਾਂ ਦੇ ਅਨੁਸਾਰ ਕਿੱਥੇ ਹੈਗਾ ਆਪਣਾ ਇਹ ਪੂਰਬੀ ਅਰਧਗੋਲੇ ਦੇ ਵਿੱਚ ਹੈਗਾ। ਇਸ ਤੋਂ ਬਿਨਾਂ ਜਦੋਂ ਹੋਰ ਜਿਹਦੇ ਇੰਪੋਰਟੈਂਟ ਪੁਆਇੰਟ ਨੇ, ਭਾਰਤ ਦਾ ਸਭ ਤੋਂ ਉੱਤਰੀ ਬਿੰਦੂ ਕਿਹੜਾ ਹੈਗਾ ਇੰਦਰਾ ਕੋਲ ਹੈਗਾ। ਤੇ ਭਾਰਤ ਦਾ ਮੁੱਖ ਭੂਮੀ ਦਾ ਦੱਖਣੀ ਬਿੰਦੂ ਕਿਹੜਾ ਹੈਗਾ ਕੇਪੇ ਕਮੋਰੀਅਨ ਆ। ਕਿੱਥੇ ਆ ਤਾਮਿਲਨਾਡੂ ਦੇ ਵਿੱਚ ਆ। ਜਿਹੜਾ ਇੰਦਰਾ ਕੋਲ ਆ ਉਹ ਕਿੱਥੇ ਆ ਜੰਮੂ ਕਸ਼ਮੀਰ ਦੇ ਵਿੱਚ ਆ। ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਇੰਦਰਾ ਪੁਆਇੰਟ ਕਿੱਥੇ ਹੈਗਾ ਇਹ ਅੰਡੇਮਾਨ ਨਿਕੋਬਾਰ ਦੇ ਵਿੱਚ ਹੈਗਾ। ਤੇ ਇੰਦਰਾ ਪੁਆਇੰਟ ਦੇ ਕੁਝ ਕੁ ਨੇਮ ਹੋਰ ਵੀ ਨੇ ਜਿਵੇਂ ਪਿਗਮੇਲੀਅਨ, ਪਾਰਸਨ, ਲਾਹੀਚਿੰਗ। ਇਹ ਸਾਡੀ ਸਾਰੀ ਅੱਜ ਭੂਗੋਲ ਦਾ ਪਹਿਲਾ ਟੌਪਿਕ ਸੀ। ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੇ ਹੁਣੇ ਹੀ ਆਪਣੀ ਟੈਸਟਾਂ ਦੀ ਤਿਆਰੀ ਸ਼ੁਰੂ ਕੀਤੀ ਹੈ, ਕਿਉਂਕਿ ਇਹ ਸਾਡੀ ਅੱਜ ਪਹਿਲਾ ਹੀ ਜੀਕੇ ਦਾ ਪਹਿਲਾ ਟੌਪਿਕ ਹੀ ਆ। ਥੈਂਕ ਯੂ।